ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਕਲਪਨਾ ਚਾਵਲਾ ਪੁਲਾੜ ਦੀ ਪਰੀ ਕਲਪਨਾ ਚਾਵਲਾ ਬਾਰੇ ਪੜ੍ਹਨ ਜਾ ਰਹੇ ਹਾਂ, ਜੋ ਕਿ ਸੁਨੀਲ ਕੁਮਾਰ ਵੇਦੀ ਜੀ ਦੁਆਰਾ ਲਿਖਿਆ ਗਿਆ ਹੈ। ਇਹ ਕਲਪਨਾ ਚਾਵਲਾ ਜੀ ਦੀ ਜੀਵਨੀ ਹੈ। ਪੁਲਾੜ ਦੀ ਪਰੀ ਇਸ ਦੇ ਨਾਲ ਅਸੀਂ ਜਾਣ ਪਛਾਣ ਕਰਦੇ ਹਾਂ ਕਿ ਪੁਲਾੜ ਕਿਹਾ ਗਿਆ ਹੈ ਆਕਾਸ਼ ਨੂੰ, ਅੰਤਰਿਕਸ਼ ਨੂੰ। ਪੁਲਾੜ ਯਾਨੀ ਕਿ ਅੰਤਰਿਕਸ਼ ਦੀ ਪਰੀ ਕਲਪਨਾ ਚਾਵਲਾ ਦੀ ਇਹ ਜੀਵਨੀ ਹੈ, ਜਿਸ ਵਿੱਚ ਕਲਪਨਾ ਚਾਵਲਾ ਬਾਰੇ ਉਸਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਲਪਨਾ ਚਾਵਲਾ ਇੱਕ ਇੰਡੀਆ ਦੀ ਬਹੁਤ ਵੱਡੀ ਵਿਗਿਆਨੀ ਹੋਈ ਹੈ। ਉਸ ਦਾ ਜਨਮ 1 ਜੁਲਾਈ 1961 ਨੂੰ ਕਰਨਾਲ ਵਿੱਚ ਹੋਇਆ ਸੀ। ਇਹਨਾਂ ਦਾ ਮੁੱਢਲਾ ਜੀਵਨ ਉੱਥੇ ਹੀ ਬੀਤਿਆ, ਕਰਨਾਲ ਵਿੱਚ ਮਾਡਲ ਟਾਊਨ ਵਿੱਚ। ਇਹਨਾਂ ਦਾ ਜੋ ਪਰਿਵਾਰ ਸੀ ਉਹ ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਸੀ। ਕਲਪਨਾ ਚਾਵਲਾ ਦੇ ਜੋ ਮਾਤਾ ਪਿਤਾ ਸਨ ਉਹ ਧਾਰਮਿਕ ਕੰਮਾਂ ਕਾਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਹ ਸਭ ਤੋਂ ਛੋਟੀ ਸੀ। ਇਹਨਾਂ ਦੇ ਪਿਤਾ ਦਾ ਨਾਮ ਬਨਾਰਸੀ ਲਾਲ ਸੀ ਅਤੇ ਇਹਨਾਂ ਦੀ ਮਾਂ ਦਾ ਨਾਮ ਸੰਯੋਗਿਤਾ ਸੀ। ਇਹ ਚਾਰ ਭੈਣ ਭਰਾ ਸਨ, ਜਿਨ੍ਹਾਂ ਵਿੱਚੋਂ ਕਲਪਨਾ ਚਾਵਲਾ ਸਭ ਤੋਂ ਛੋਟੀ ਸੀ। ਕਲਪਨਾ ਚਾਵਲਾ ਬਚਪਨ ਤੋਂ ਹੀ ਪੁਲਾੜ ਵਿਗਿਆਨੀ ਬਣਨਾ ਚਾਹੁੰਦੀ ਸੀ। ਉਹ ਚੰਨ ਤਾਰਿਆਂ ਨਾਲ ਗੱਲਾਂ ਕਰਦੀ ਰਹਿੰਦੀ ਸੀ। ਚੌਥੀ ਜਮਾਤ ਵਿੱਚ ਹੀ ਉਸਨੇ ਇੱਕ ਸਪੇਸ ਸ਼ਟਲ ਬਣਾਇਆ ਸੀ, ਜਿਸ ਨੂੰ ਉਸਨੇ ਕਿਹਾ ਸੀ ਕਿ ਮੈਂ ਇਸ ਤਰੀਕੇ ਅੰਤਰਿਕਸ਼ ਦਾ ਇੱਕ ਉਸਨੇ ਜਹਾਜ਼ ਬਣਾਇਆ ਸੀ ਕਿ ਮੈਂ ਇਸ ਤਰੀਕੇ ਨਾਲ ਇਸ ਵਿੱਚ ਬੈਠ ਕੇ ਆਕਾਸ਼ ਵਿੱਚ ਜਾਵਾਂਗੀ। ਉਸ ਦੇ ਮਾਤਾ ਪਿਤਾ ਚਾਹੁੰਦੇ ਸੀ ਕਿ ਉਹ ਡਾਕਟਰ ਬਣੇ ਜਾਂ ਅਧਿਆਪਿਕਾ ਬਣੇ, ਪਰ ਉਸਨੇ ਬਹੁਤ ਜੱਦੋ-ਜਹਿਦ ਕਰਕੇ ਆਪਣਾ ਪੱਖ ਰੱਖਿਆ। ਮਤਲਬ ਉਸਨੇ ਆਪਣਾ पक्ष रखा, अपने मम्मी पापा को मनाया कि मुझे डॉक्टर नहीं बनना है, मुझे इंजीनियरिंग करनी है तो मैं विग्यानिक बनना चाਹੁੰਦੀ ਹਾਂ। ਇਸ ਤਰੀਕੇ ਨਾਲ ਉਹ ਅਮਰੀਕਾ ਵਿੱਚ ਮਾਸਟਰ ਡਿਗਰੀ ਕਰਨ ਗਈ ਅਤੇ ਫਿਰ ਉਸਨੇ ਨਾਸਾ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ, ਜਿਸ ਵਿੱਚ ਉਹ ਪਹਿਲੀ ਵਾਰ 19 ਨਵੰਬਰ 1997 ਨੂੰ अंतरिक्ष में पहली बार गई और यहाँ पे वो पहली भारतीय औरत थी जो अंतरिक्ष में गई थी और दूसरी भारतीय थी, क्योंकि उससे पहले 1984 ਵਿੱਚ ਰਾਕੇਸ਼ ਸ਼ਰਮਾ ਪਹਿਲਾਂ ਹੀ ਅੰਤਰਿਕਸ਼ ਵਿੱਚ ਜਾ ਚੁੱਕਾ ਸੀ। ਕਲਪਨਾ ਚਾਵਲਾ ਦੀ ਉਸ ਤੋਂ ਬਾਅਦ ਕਲਪਨਾ ਚਾਵਲਾ ਜਦੋਂ ਦੂਸਰੀ ਵਾਰ ਅੰਤਰਿਕਸ਼ ਵਿੱਚ ਗਈ ਤਾਂ 16 ਜਨਵਰੀ ਨੂੰ ਫਿਰ ਉਹ ਮਿਸ਼ਨ ਉੱਥੇ ਅੰਤਰਿਕਸ਼ ਵਿੱਚ ਗਿਆ ਸੀ ਅਤੇ 1 फरवरी 2003 को 16 दिन बाद इनका जहाज़ जब वापस आ रहा था तो कुछ ऐसी उसमें कुछ प्रॉब्लम आती है, कुछ ऐसे कि वो मुसीबत में फंस जाता है और शाम को 1 फरवरी 2003 को शाम के 7:30 बजे एक बहुत बड़ा धमाका होता है और जो उनका कोलंबिया यान था, उनका जो जहाज़ था वो तबाह हो जाता है, जिसमें कल्पना चावला और उनके साथ उसके और साथी वैज्ञानिक थे। इसमें कल्पना चावला के जीवन के संघर्षमयी जीवन के बारे में बताया गया है कि वो एक साधारण परिवार से होते हुए, एक छोटे शहर की होते हुए भी अपनी मेहनत और लगन से, अपने दृढ़ इरादे से अपनी मंजिल में कामयाब हो जाती है। तो इससे हमें उनके जीवन से ये शिक्षा मिलती है कि अगर हमारा एक निश्चित उद्देश्य होना चाहिए, हमें उस काम करने की लगन और दृढ़ इरादा होना चाहिए, जिससे हम कोई भी मुकाम हासिल कर सकते हैं। इसके प्रश्न उत्तर करते हैं, आओ देखते हैं। पुलाड़ विज्ञानी कल्पना चावला ਦਾ ਬਚਪਨ ਕਿਸ ਤਰ੍ਹਾਂ ਬੀਤਿਆ? ਤਾਂ ਪੁਲਾੜ ਵਿਗਿਆਨੀ ਕਲਪਨਾ ਦਾ ਮੁੱਢਲਾ ਸਮਾਂ ਕਰਨਾਲ ਵਿੱਚ ਮਾਡਲ ਟਾਊਨ ਵਾਲੇ ਘਰ ਵਿੱਚ ਬੀਤਿਆ। ਉਸ ਦਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ। ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਨੂੰ
1961 ਈਸਵੀ ਵਿੱਚ ਹੋਇਆ। ਫਿਰ ਅਗਲਾ ਪ੍ਰਸ਼ਨ ਹੈ, ਪਰਿਵਾਰਿਕ ਮਾਹੌਲ ਦਾ ਸਾਹਮਣਾ ਕਲਪਨਾ ਨੇ ਕਿਸ ਤਰ੍ਹਾਂ ਕੀਤਾ। ਕਲਪਨਾ ਚਾਵਲਾ ਨੇ ਆਪਣੇ ਮਾਤਾ ਪਿਤਾ ਉਸਨੂੰ ਡਾਕਟਰ ਜਾਂ ਅਧਿਆਪਿਕਾ ਬਣਾਉਣਾ ਚਾਹੁੰਦੇ ਸਨ, ਪਰ ਉਸਨੇ ਆਪਣੀ ਬੜੀ ਦ੍ਰਿੜਤਾ ਨਾਲ ਆਪਣਾ ਪੱਖ ਰੱਖਿਆ ਕਿ ਮੈਂ ਡਾਕਟਰ ਅਤੇ ਅਧਿਆਪਿਕਾ ਨਹੀਂ, ਮੈਂ ਪੜ੍ਹਨਾ ਚਾਹੁੰਦੀ ਹਾਂ, ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਚਾਹੁੰਦੀ ਹਾਂ। ਫਿਰ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਉਸਨੂੰ ਮਾਸਟਰ ਡਿਗਰੀ ਕਰਨ ਲਈ ਉਸਦੇ ਮਾਤਾ ਪਿਤਾ ਨੇ 1982 ਵਿੱਚ ਅਮਰੀਕਾ ਭੇਜ ਦਿੱਤਾ। ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਕਦੋਂ ਗਈ ਅਤੇ ਉਸ ਮਿਸ਼ਨ ਦਾ ਉਦੇਸ਼ ਕੀ ਸੀ। ਕਲਪਨਾ ਪਹਿਲੀ ਵਾਰ ਪੁਲਾੜ ਵਿੱਚ 19 ਨਵੰਬਰ 1997 ਵਿੱਚ ਗਈ। ਤਾਂ ਇਸ ਮਿਸ਼ਨ ਦਾ ਉਦੇਸ਼ ਸੀ ਕਿ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿਬੰਧ 'ਤੇ ਪਾਉਣਾ, ਕਿ ਇੱਕ ਸਪਾਰਟਨ ਸੈਟੇਲਾਈਟ ਨਾਮ ਦਾ ਇੱਕ ਉਪਗ੍ਰਹਿ ਸੀ, ਉਸ ਨੂੰ ਗ੍ਰਹਿਬੰਧ 'ਤੇ ਪਾਉਣਾ। ਕਲਪਨਾ ਚਾਵਲਾ ਦੀ ਮੌਤ ਕਿਸ ਤਰ੍ਹਾਂ ਹੋਈ। ਤਾਂ ਕਲਪਨਾ ਚਾਵਲਾ ਦੀ ਮੌਤ 1 ਫਰਵਰੀ 2003 ਨੂੰ 16 ਦਿਨ ਪੁਲਾੜ ਵਿੱਚ ਰਹਿ ਕੇ ਕਲਪਨਾ ਚਾਵਲਾ ਅਤੇ ਉਸਦੇ ਸਾਥੀ ਵਿਗਿਆਨੀ ਧਰਤੀ ਵੱਲ ਵਾਪਸ ਆ ਰਹੇ ਸਨ। ਤਾਂ ਉਹਨਾਂ ਦਾ ਜੋ ਕੋਲੰਬੀਆ ਯਾਨ ਹੁੰਦਾ ਹੈ ਉਹ ਮੁਸੀਬਤ ਵਿੱਚ ਫਸ ਜਾਂਦਾ ਹੈ ਅਤੇ ਧਰਤੀ 'ਚ ਪਹੁੰਚਣ ਤੋਂ 16 ਮਿੰਟ ਪਹਿਲਾਂ ਉਸ ਵਿੱਚ ਇੱਕ ਧਮਾਕਾ ਹੁੰਦਾ ਹੈ ਅਤੇ 1 ਫਰਵਰੀ 2003 ਸ਼ਾਮ ਦੇ 7:30 ਵਜੇ ਉਹਨਾਂ ਦੀ ਮੌਤ ਹੋ ਗਈ। ਪੁਲਾੜ ਦੇ ਕਿਹੜੇ ਰਹੱਸ ਦਾ ਭੇਦ ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ। ਤਾਂ ਕਲਪਨਾ ਚਾਵਲਾ ਧਰਤੀ 'ਤੇ ਰਹਿ ਕੇ ਜਿਨ੍ਹਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੀ ਸੀ, ਉਹਨਾਂ ਨੂੰ ਦੇਖਦੀ ਸੀ, ਤਾਂ ਫਿਰ ਪੁਲਾੜ ਵਿੱਚ ਜਾ ਕੇ ਉਹਨਾਂ ਨਾਲ ਗੱਲਾਂ ਕਰਕੇ ਉਸ ਨੂੰ ਬਹੁਤ ਚੰਗਾ ਲੱਗਿਆ। ਇਹ ਉਸ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਸੀ। ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਲੈਣੀ ਚਾਹੀਦੀ ਹੈ। ਤਾਂ ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ, ਜੇਕਰ ਅਸੀਂ ਦ੍ਰਿੜ ਇਰਾਦੇ ਨਾਲ ਕਿਸੇ ਕੰਮ ਵਿੱਚ ਕਾਮਯਾਬੀ ਹਾਸਿਲ ਕਰਨੀ ਹੈ ਤਾਂ ਸਾਡਾ ਇੱਕ ਦ੍ਰਿੜ ਇਰਾਦਾ ਹੋਣਾ ਚਾਹੀਦਾ, ਸਾਡਾ ਇੱਕ ਉਦੇਸ਼ ਹੋਣਾ ਚਾਹੀਦਾ ਅਤੇ ਅਸੀਂ ਉਸ ਕੰਮ ਵਿੱਚ ਕਰਨ ਵਿੱਚ ਉਸ ਨਾਲ ਸਾਡਾ ਲਗਾਅ ਹੋਣਾ ਚਾਹੀਦਾ। ਆਨੰਦ ਨਾਲ ਆਪਣੇ ਆਪ ਨੂੰ ਪੂਰਨ ਸਮਰਪਿਤ ਕਰਕੇ ਅਗਰ ਅਸੀਂ ਕੋਈ ਕੰਮ ਕਰਾਂਗੇ ਤਾਂ ਅਸੀਂ ਨਿਸ਼ਚਿਤ ਹੀ ਆਪਣੀ ਮੰਜ਼ਿਲ ਪਾ ਲਵਾਂਗੇ। ਤਾਂ ਵਿਦਿਆਰਥੀਓ, ਅੱਜ ਅਸੀਂ पुलाड़ दी परी कल्पना चावला बारे पढ़ा है। इसके प्रश्न उत्तर भी किए हैं। इस चैप्टर को आपको पहले अच्छे से पढ़ना है, क्योंकि इस बार क्या है, आपके जो 1 मार्क क्वेश्चन आते हैं, जो छोटे क्वेश्चन आते हैं, तो उनको करने के लिए आपको चैप्टर में से कोई भी क्वेश्चन पूछ सकते हैं। इन क्वेश्चन में से भी बाहर के बहुत सारे क्वेश्चन वो पूछ सकते हैं कि वो पहली बार कब गई, दूसरी बार कब गई, उनकी शादी किससे हुई, कल्पना चावला किन्ने भैन भरा सन। इस तरीके के क्वेश्चन आपको तभी आएंगे जब इस पाठ को खुद से आप एक बार और पढ़ोगे। तो ध्यान से इसे पढ़ना है, अच्छे से आपको ये प्रश्न उत्तर करने हैं।